परम सन्मानयोग जुगो जुग अटल चवर छतर तखत दे मालक धन सतगुरु साहिब श्री गुरु ग्रंथ साहिब जी महाराज जियां दे पावन पवित्र मुबारक गुरु शब्दी चरना विच सवाईमान होए बैठे गुरमुख प्यारे सतसंगी जनों, आप जी अति वडभागे हो जो कि नित कर्म अनुसार सतगुरां दे पावन चरनां विच हाजरियां भर के सतगुरु जी वालों बख्शिया होया अमोलक मनुखा जन्म सफल करन दा सफल यतन कर रहे हो। शहीदी दिहाड़े चल रहे हैं। अज 5 जून 1984 का दिन सिख कौम वास्ते काला दिन भी कहा जा सकता है। जिस दिन जिसनों असी अपना देश कहते हाँ, जिस देश के असी नागरिक हाँ, क्योंकि जे कोई बेगाना हमला करता उसका दुख घट होता है। जदों अपना हमला करता है, जुल्म करता है, तो उसका दुख लगता है। वो देश जिहदे देश की आज़ादी वास्ते सिखां ने अणगिणत कुर्बानियां दित्तियां। समय समय सिर किसी भी तरह सेवा की, पर कई वेले ये कई सवाल पैदा होंदे आ भी सिर्फ हमला जिहड़ा सी बाबा एक कौम बाबा जरनैल सिंह जी नूं पकड़न वास्ते किया गया है। पर जे कते तुसी उन्हां लोकां दे तत्थ पढ़ के देखो जिहड़े उस समय दे गवाह हैं कि हमला जिहड़ा है इहदी ब्योंतबंदी पहलां तो शुरू हुई, 1981 तो शुरू की गई। जिस वेले अज दा दिन भी चढ़िया, उही समा 5 बजे तो पहला पहला तोपां दे गोले जिहड़े आ श्री अकाल तख्त साहिब दागे गए। और KS बराड़ जिहड़ा लैफ्टिनेंट जनरल फौज का मुखी, वो अपनी किताब दे विच लिखदा है कि असी 2200 मिलिटरी का बंदा जिन्होंने घंटा घर वाले पासे तो कूड़ियां दे भार रींगते हुए अंदर भेजना सी। 2200 के उपर 1700 बंदा जिहड़ा सी मिलिटरी का, वो सिर्फ फायरिंग का कब्ज बना के रखेगा। वो फायरिंग कर रहे सी, थले दी जा रहे सन भी किसी तरह इन्हों अकाल तख्त तक पहुँचाया जाए। पर हैरानगी है, वो आप लिखता है KS बराड़ 2200 ते 1700। तो जिस वेले इस गलत मनसूबे दे नाल गुरु के घर नूं मत्था लाउण गई है फौज, तो वापस किन्ने आए वो आप लिखता है 362 बंदे वापस आए, बाकी सारे ही सारिਆਂ नूं परमवीर चक्कर दिते गए सिंघां वालों। बहुत नुकसान भी होया है, पर इहदा जिहड़ा मनसूबा जिहड़ा सी बहुत भयानक सी, पुरातन काफ़ी तैयारी सी इसदी। इस गल दे विच कोई आप जी भी सारे पढ़े लिखे हो, इहदे विच सारियां राजनीतिक पार्टियां जिम्मेवार, सारियां। मेन तो कांग्रेस है, समय की हुकूमत सी,
ਭਾਵੇਂ ਅਕਾਲੀ ਹੋਣ ਭਾਵੇਂ ਬੀਜੇਪੀ ਹੋਵੇ, ਸਾਰਿਆਂ ਨੇ ਹੀ ਪੂਰਾ ਜ਼ੋਰ ਲਾਇਆ ਵੀ ਕਿਸੇ ਤਰ੍ਹਾਂ ਹਮਲਾ ਕੀਤਾ ਜਾਏ। ਤੇ ਉਹ ਸਮਾਂ ਸੀ, ਪਰ ਜਿਹਨੇ ਵੀ ਕੀਤਾ ਹੈ ਤੇ ਬਚਿਆ ਤਾਂ ਕੁਛ ਵੀ ਨਹੀਂ ਉਹਨਾਂ ਦਾ, ਤੇ ਨਾ ਰਹੇਗਾ ਜਿਸ ਨੇ ਵੀ ਕਿਸੇ ਨੇ ਹਮਲਾ ਕੀਤਾ ਹੈ। ਦੁਨੀਆ ਤੋਂ ਖਤਮ ਹੋ ਗਏ। ਹਰੇਕ ਫੌਜ ਦੇ ਵਿੱਚ ਜਰਨੈਲ ਹੁੰਦੇ ਆ। ਜਰਨੈਲ ਜਿਹੜੇ ਆ ਫੌਜ ਨੂੰ ਅਗਵਾਈ ਕਰਦੇ ਆ। ਕੋਈ ਵੀ ਫੌਜ, ਭਾਵੇਂ ਪੁਰਾਣੇ ਸਮਿਆਂ ਦੇ ਵਿੱਚ ਛੋਟੀਆਂ ਛੋਟੀਆਂ ਰਿਆਸਤਾਂ ਹੁੰਦੀਆਂ ਸੀ ਰਾਜਿਆਂ ਦੀਆਂ, ਉਹਨਾਂ ਦੇ ਵਿੱਚ ਵੀ ਹੁੰਦੇ ਸਨ। ਪਰ 1984 ਦੇ ਘੱਲੂਘਾਰੇ ਦੇ ਵਿੱਚ 3 ਜਰਨੈਲ ਹੈ। ਉਹਨਾਂ ਦੇ ਵਿੱਚੋਂ 2 ਨਾਇਕ ਆ, 1 ਖਲਨਾਇਕ ਹੈ। 3 ਜਰਨੈਲ ਆ ਇਸ ਪੂਰੇ ਘੱਲੂਘਾਰੇ ਦੇ ਵਿੱਚ। 2 ਨਾਇਕ ਹਨ, 1 ਖਲਨਾਇਕ ਹੈ। ਨਾਇਕ ਕੌਣ ਹੈ? ਪਹਿਲਾ ਨਾਇਕ ਉਸ ਸਮੇਂ ਦਾ ਮਿਲਟਰੀ ਦਾ ਮੁਖੀ S.K. ਸਿਨਹਾ, ਜਿਹਦਾ ਜਨਮ ਹੀ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ 1953 ਦੇ ਵਿੱਚ। ਪਹਿਲਾਂ ਉਸ ਨੂੰ ਚੁਣਿਆ ਗਿਆ ਤੇ ਇਹ ਦੱਸਿਆ ਗਿਆ, ਤੇ ਕਦੋਂ ਉਹਨੂੰ ਫੋਨ ਕੀਤਾ ਗਿਆ ਉਹ ਆਪਣੀ ਕਿਤਾਬ ਵਿੱਚ ਲਿਖਦਾ 1981 ਨੂੰ ਹੀ। ਉਸ ਵੇਲੇ ਸੰਤ ਬਾਬਾ ਜਰਨੈਲ ਸਿੰਘ ਜੀ ਅਕਾਲ ਤਖਤ ਜਾਂ ਦਰਬਾਰ ਸਾਹਿਬ ਦੇ ਆਲੇ ਦੁਆਲੇ ਵੀ ਨਹੀਂ ਸਨ, ਆਪਣੇ ਹੈੱਡਕੁਆਰਟਰ ਦਮਦਮੀ ਟਕਸਾਲ 'ਚ ਰਹਿੰਦੇ ਸਨ। ਇਹ ਪਹਿਲਾਂ ਤੋਂ ਵਿਉਂਤ ਸੀ ਸਰਕਾਰ ਦੀ। 2 ਜਗ੍ਹਾ ਯੂਪੀ ਦੇ ਵਿੱਚ ਉਹ ਜਗ੍ਹਾ ਬਣਾ ਕੇ ਟ੍ਰੇਨਿੰਗ ਦਿੱਤੀ ਗਈ। ਪਾਣੀ ਦੇ ਵਿੱਚ ਵੀ ਟ੍ਰੇਨਿੰਗ ਦਿੱਤੀ ਵੀ, ਸਰੋਵਰ ਦੇ ਵਿੱਚੋਂ ਵੀ ਟ੍ਰੇਨਿੰਗ ਦਿੱਤੀ ਗਈ ਵੀ ਉੱਥੇ ਕਿੱਦਾਂ ਜਾ ਕੇ ਹਮਲੇ ਕਰਨੇ ਆ। ਤੇ ਪਰ ਸੰਤ ਬਾਬਾ ਜਰਨੈਲ ਸਿੰਘ ਨੂੰ ਪਿਆਰ ਕਰਨ ਵਾਲੀ ਬਹੁਤ ਦੁਨੀਆ ਸੀ, ਅੱਜ ਵੀ ਹੈ ਔਰ ਰਹੇਗੀ। ਤੇ ਆਪਣੇ ਸਿੱਖ ਵੀ ਮਿਲਟਰੀ ਦੇ ਵਿੱਚ ਬਹੁਤ ਆਦ ਵਿੱਚ ਸਨ, ਖਬਰਾਂ ਪਹੁੰਚਦੀਆਂ ਸਨ। S.K. ਸਿਨਹਾ ਨੂੰ ਫੋਨ ਆਉਂਦਾ, ਕਹਿੰਦਾ ਮੈਨੂੰ ਫੋਨ ਕੀਤਾ ਗਿਆ ਸਰਕਾਰ ਵੱਲੋਂ ਵੀ ਇਹ ਕੰਮ ਕਰਨਾ ਹੈ। ਉਹ ਕਹਿਣ ਲੱਗਾ, ਮੈਂ ਉਹਨਾਂ ਨੂੰ ਰਾਏ ਦਿੱਤੀ ਵੀ ਇਹ ਕੰਮ ਤੁਸੀਂ ਭੁੱਲ ਕੇ ਵੀ ਨਾ ਕਰਿਓ। ਉਹ ਸਿੱਖਾਂ ਦਾ ਮਰਕਜ਼ ਹੈ। ਜਿੰਨੇ ਸਾਡੇ ਸਾਥੀ, ਭਾਵੇਂ ਕੋਈ ਸਿਪਾਹੀ ਹੈ, ਕੋਈ ਵੱਡੇ ਰੈਂਕ ਦਾ ਹੈ, ਕੋਈ ਅਫਸਰ ਹੈ, ਜਿਹੜਾ ਸਿੱਖ ਹੈ ਨਾ, ਜਿਸ ਵੇਲੇ ਮਿਲਟਰੀ ਵਿੱਚ ਭਰਤੀ ਹੁੰਦਾ ਤੇ ਕਸਮ ਆਪਣੇ ਗੁਰੂ ਦੀ ਖਾਂਦਾ, ਤੇ ਉਹ ਕਿੱਦਾਂ ਬਰਦਾਸ਼ਤ ਕਰੇਗਾ ਵੀ ਸਾਡੇ ਗੁਰੂ ਦੇ ਉੱਪਰ ਹਮਲਾ ਕੀਤਾ ਜਾਏ, ਗੁਰੂ ਘਰ ਦੇ ਉੱਪਰ ਹਮਲਾ ਕੀਤਾ ਜਾਏ। ਤੁਹਾਨੂੰ ਸਦੀਆਂ ਤੱਕ ਮਾਫ ਨਹੀਂ ਕਰਨਗੇ। S.K. ਸਿਨਹਾ ਨੂੰ ਇੰਨਾ ਜਲੀਲ ਕੀਤਾ ਗਿਆ ਇਸ ਸਮੇਂ ਦੀ ਸਰਕਾਰ, ਕਾਂਗਰਸ ਸਰਕਾਰ ਵੱਲੋਂ। ਉਹਦੀ ਜਿਹੜੀ ਪਦਵੀ ਵਧਣੀ ਸੀ, ਉਹਨੇ ਮੁਖੀ ਬਣਨਾ ਸੀ ਮਿਲਟਰੀ ਦਾ, ਉਸ ਨੂੰ ਨਹੀਂ ਬਣਾਇਆ ਗਿਆ। ਉਸਨੇ ਫਿਰ ਅਸਤੀਫਾ ਦੇ ਦਿੱਤਾ ਸੀ। ਪਰ ਉਹਨੇ ਕਿਤਾਬ ਲਿਖੀ ਹੈ ਕਿ ਮੈਨੂੰ ਇਸ ਤਰ੍ਹਾਂ ਕੀਤਾ ਗਿਆ, ਮੈਨੂੰ ਦੱਸਿਆ ਗਿਆ, ਕਿਹਾ ਗਿਆ, ਤੇ ਉਸਨੇ ਬਰਦਾਸ਼ਤ ਨਹੀਂ ਕੀਤਾ। ਹੁਣ ਦੂਸਰਾ ਦੇਖ ਲਓ, ਇੱਕ ਜੰਮਿਆ ਤਾਂ ਸਿੱਖ ਪਰਿਵਾਰ ਦੇ ਵਿੱਚ ਸੀ, ਸਿੱਖ ਪਰਿਵਾਰ ਦੇ ਵਿੱਚ ਜੰਮਿਆ K.S. ਬਰਾੜ ਜਿਹੜਾ, ਪਰ ਜਦੋਂ ਭਰਤੀ ਹੋਇਆ ਆਪਣੇ ਕੇਸਾਂ ਦੀ ਬੇਅਦਬੀ ਕਰਨ ਲਈ ਤੰਜਾਂਦਲੀ ਦੇ ਦਿੱਤੀ ਕੇਸਾਂ ਨੂੰ, ਨੌਕਰੀ ਨੂੰ ਸਾਹਮਣੇ। ਹੁਣ ਜਿਸ ਵੇਲੇ S.K. ਸਿਨਹਾ ਮਨਾ ਕਰਦਾ ਹੈ ਤੇ ਇਹਨੂੰ ਚੁਣਿਆ ਜਾਂਦਾ ਤੇ ਇਹਨੇ ਹਾਂ ਕਰ ਦਿੱਤੀ, ਮੈਂ ਕੰਮ ਕਰਾਂਗਾ। ਪਰ ਹੈਰਾਨਗੀ ਹੁੰਦੀ, ਮੇਰੇ ਕੋਲ ਕਿਤਾਬ ਹੈ, ਤੁਹਾਨੂੰ ਕਦੇ ਮੌਕਾ ਪੜ੍ਹਨੀ ਹੋਵੇ ਤਾਂ ਤੁਸੀਂ ਲੈ ਸਕਦੇ ਹੋ। ਪਰ ਰੋਇਆ ਵੀ ਬਹੁਤ ਉਹ ਕਿਤਾਬ ਦੇ ਵਿੱਚ। ਲਿਖਦਾ ਤਾਂ ਉਹ ਆਪਣੇ ਵੱਲੋਂ ਵੱਧ ਚੜਾ ਕੇ ਲਿਖਦਾ, ਘੱਟ ਨੁਕਸਾਨ ਲਿਖਿਆ ਹੈ, ਪਰ ਗਿਣਤੀ ਲਿਖਦਾ ਹੈ, ਬਹੁਤ ਲਿਖਦਾ। ਪਰ ਜੋ ਉਹਦੇ ਨਾਲ ਹੋਇਆ ਉਹ ਆਪ ਹੀ ਲਿਖਦਾ K.S. ਬਰਾੜ, ਕਿ ਮੈਨੂੰ ਸਰੀਰ ਦੇ ਵਿੱਚ ਅੰਦਰੂਨੀ ਸੱਟ ਵੀ ਲੱਗੀ ਉਹਦੇ ਵਿੱਚ, ਕਿਉਂਕਿ ਜਿਸ ਵੇਲੇ ਗਿਆਨੀ ਜੈਲ ਸਿੰਘ ਗਿਆ ਸੀ ਤੇ ਉਸ ਵੇਲੇ ਵੀ ਇੱਕ ਸਿੰਘ ਨੇ ਗੋਲੀ ਚਲਾ ਦਿੱਤੀ ਸੀ, ਤੇ ਇਹ K.S. ਬਰਾੜ ਸਰੋਵਰ ਵਿੱਚ ਛਲਾਂਗ ਮਾਰ ਕੇ ਬਚਿਆ ਸੀ। ਤੇ ਉਸ ਵੇਲੇ ਇਹਦਾ ਆਪਰੇਸ਼ਨ ਜਿਹੜਾ ਸੀ, ਅਮਰੀਕਾ ਦੇ ਸਰਕਾਰ ਨੇ ਉਹਨੂੰ ਜਾਣ ਹੀ ਨਹੀਂ ਦਿੱਤਾ। ਕਹਿੰਦਾ ਮੈਂ ਆਪਣੇ ਖਰਚੇ ਤੇ ਜਾ ਕੇ ਆਪਰੇਸ਼ਨ ਕਰਾਇਆ, ਸਾਨੂੰ ਵਰਤਿਆ ਗਿਆ, ਗੌਰਮੈਂਟ ਸਾਡਾ ਕੋਈ ਖਿਆਲ ਹੀ ਨਹੀਂ ਕੀਤਾ। ਹੁਣ ਪਛਤਾਵਾ ਵੀ ਕਰ ਰਿਹਾ ਉਹਦੇ ਕਿਤਾਬ ਦੇ ਵਿੱਚ। ਔਰ ਇੱਥੋਂ ਤੱਕ, ਕਿਉਂਕਿ ਜਿਨ੍ਹਾਂ ਨੇ ਕੀਤਾ ਮੱਥਾ ਲਾਇਆ, ਹਾਲ ਤਾਂ ਉਹਨਾਂ ਦੇ ਭੈੜੇ ਹੋਏ ਆ। ਲਿਖਦਾ, ਕਹਿੰਦਾ ਮੇਰੇ ਜਵਾਨ ਪੁੱਤਰ ਦੀ ਮੌਤ ਹੋ ਗਈ ਐਕਸੀਡੈਂਟ ਦੇ ਵਿੱਚ,
ਕਿਸੇ ਨੇ ਮੈਨੂੰ ਖਬਰ ਨਹੀਂ ਦਿੱਤੀ। ਲਾਸ਼ ਘਰ ਦੇ ਵਿੱਚ ਮੇਰੇ ਪੁੱਤਰ ਦੀ ਲਾਸ਼ ਸੜਦੀ ਰਹੀ। 3 ਦਿਨਾਂ ਬਾਅਦ ਮੈਨੂੰ ਪਤਾ ਲੱਗਾ, ਜਿਸ ਵੇਲੇ ਅਸੀਂ ਗਏ, ਇੰਨੀ ਬਦਬੂ ਮਾਰ ਰਹੀ ਸੀ ਲਾਸ਼, ਵੀ ਤੂੰ ਵੀ ਤਾਂ ਕਿੰਨੀਆਂ ਲਾਸ਼ਾਂ ਉੱਤੇ ਅਤਿਆਚਾਰ ਕੀਤੇ ਨਾ ਦਰਬਾਰ ਸਾਹਿਬ ਦੇ ਵਿੱਚ, ਕਿੰਨੇ ਕੀਤੇ ਆ। ਤੋਪਾਂ ਲੈ ਕੇ, ਟੈਂਕ ਲੈ ਕੇ ਪਹੁੰਚੇ, ਇੱਥੋਂ ਤੱਕ ਜਿਹੜੇ ਉਹ ਹਵਾਈ ਜਹਾਜ਼ ਦੇ ਰਾਹੀਂ ਉੱਪਰੋਂ ਕਮਾਂਡੋ ਥੱਲੇ ਸਿੱਟੇ ਗਏ, ਕਿਉਂਕਿ ਉਹਦੇ ਵਿੱਚ ਇੱਕੋ ਡਰ ਸੀ। ਆਪ ਲਿਖਦਾ ਹੈ ਵੀ ਸਾਨੂੰ ਇੱਕੋ ਡਰ ਸੀ, ਉਹ ਡਰ ਸੀ ਜਰਨਲ ਸੁਵੇਗ ਸਿੰਘ ਦਾ। ਜਰਨਲ ਸੁਵੇਗ ਸਿੰਘ ਉਹ ਹੈ ਜਿਹਨਾਂ ਬੰਗਲਾਦੇਸ਼ ਦੀ ਲੜਾਈ ਦੇ ਵਿੱਚ 90,000 ਬੰਦਿਆਂ ਦੇ ਹੱਥ ਖੜੇ ਕਰਾਏ ਸੀ। ਗੁਰੀਲਾ ਯੁੱਧ ਦਾ ਮਹਾਨ ਜਰਨੈਲ ਸੀ। 1965 ਦੀ ਲੜਾਈ ਦੇ ਵਿੱਚ ਵੀ ਰਿਹਾ। ਉਹਨੂੰ 1943 ਵਿੱਚ ਚੁਣਿਆ ਗਿਆ ਸੀ ਜਰਨਲ ਸੁਵੇਗ ਸਿੰਘ। ਪਰ ਇੰਦਰਾ ਗਾਂਧੀ ਨੇ, ਉਹਦਾ ਦੁਸ਼ਮਣ ਸੀ ਰਾਜਨੀਤਿਕ, ਜੈ ਪ੍ਰਕਾਸ਼ ਨਾਰਾਇਣ, ਤੇ ਉਹਨੇ ਹੁਣ ਪੁਲਿਸ ਖਰਾਬ ਹੋ ਗਈ ਤੇ ਉਹਨੇ ਇਹਨੂੰ ਚੁਣਿਆ। ਜੇ ਆਪਣੇ ਜਰਨਲ ਸੁਵੇਗ ਸਿੰਘ ਨੂੰ ਆਖਿਆ ਕਿ ਇਹਨੂੰ ਤੁਸੀਂ ਕਿਸੇ ਤਰ੍ਹਾਂ ਇਹਨੂੰ ਠੰਡਾ ਕਰੋ, ਇਹਨੂੰ ਪਕੜੋ, ਜੈ ਪ੍ਰਕਾਸ਼ ਨਾਰਾਇਣ ਨੂੰ। ਤੇ ਜਰਨਲ ਸੁਵੇਗ ਸਿੰਘ ਨੇ ਆਖਿਆ ਸੀ ਮਿਲਟਰੀ ਦਾ ਕੰਮ ਨਹੀਂ ਹੈ, ਇਹ ਰਾਜਨੀਤਿਕ ਕੰਮ ਅਸੀਂ ਨਹੀਂ ਕਰਦੇ, ਅਸੀਂ ਕੰਮ ਨਹੀਂ ਕਰਨਾ। ਉਥੋਂ ਉਹਦੀ ਅੱਖ ਵਿੱਚ ਰੜਕਣ ਲੱਗ ਗਿਆ ਜਰਨਲ ਸੁਵੇਗ ਸਿੰਘ। ਸਿਰਫ 2500 ਰੁਪਏ ਦੇ ਇੱਕ ਕਿਸੇ ਨੇ ਗਿਫਟ ਦਿੱਤਾ ਸੀ, ਉਹਦੇ ਇਲਜ਼ਾਮ ਦੇ ਵਿੱਚ ਜਰਨਲ ਸੁਵੇਗ ਦੇ ਉੱਪਰ ਲਾਇਆ ਗਿਆ, ਜਿਹਨੂੰ ਐਡੀ ਵੱਡੀ ਮਹਾਨ ਪਦਵੀ, ਜਿਹਨੇ ਦੇਸ਼ ਦੀ ਕੁਰਬਾਨੀ, ਐਸਾ ਮਹਾਨ ਜਰਨੈਲ ਜਰਨਲ ਸੁਵੇਗ ਸਿੰਘ ਜੋ ਅੱਜ ਦੇ ਦਿਨ ਸ਼ਹੀਦ ਹੋਇਆ। ਪਾਕਿਸਤਾਨ ਦੀ ਲੜਾਈ ਲੱਗੀ ਹੋਈ ਹੈ, ਘਰੋਂ ਤਾਰ ਆਉਂਦੀ ਹੈ, ਉਹਦੀ ਮਾਤਾ ਦੀ ਤਾਰ ਆਈ, ਪੜ ਕੇ ਜੇਬ ਚ ਪਾ ਲਈ। ਕੀ ਸੀ ਤਾਰ ਦੇ ਲਿਖਿਆ, ਤੇਰੇ ਪਿਤਾ ਦੀ ਮੌਤ ਹੋ ਗਈ। ਗਿਆ ਨਹੀਂ, ਕਹਿੰਦਾ ਜੇ ਮੈਂ ਪਿੱਛੇ ਹਟ ਗਿਆ ਤੇ ਬਾਕੀਆਂ ਦਾ ਵੀ ਮਨੋਬਲ ਡਿੱਗ ਜਾਏਗਾ। ਬਹੁਤ ਦਿਨਾਂ ਬਾਅਦ ਵਾਪਸ ਆਇਆ ਤੇ ਮਾਂ ਨੇ ਆਖਿਆ ਜੀ ਪੁੱਤਰ ਸ਼ਾਬਾਸ਼। ਮਾਂ ਨੇ ਨਹੀਂ ਆਖਿਆ ਵੀ ਤੂੰ ਆਇਆ ਨਹੀਂ, ਤੇਰੇ ਪਿਤਾ ਦੀ ਮੌਤ ਹੋ ਗਈ, ਕਿਉਂ ਨਹੀਂ ਆਇਆ? ਉਹਨੇ ਨਹੀਂ ਆਖਿਆ। ਕੋਈ ਭੁੱਖਾ ਨੰਗਾ ਨਹੀਂ, ਘਰੋਂ ਵੀ ਕਹਿੰਦੇ 100 ਏਕੜ ਉਸ ਵੇਲੇ ਜ਼ਮੀਨ ਸੀ ਉਹਨਾਂ ਦੀ। ਤੇ ਉਹ ਪਰਿਵਾਰ ਹੈ ਜਰਨਲ ਸੁਵੇਗ ਸਿੰਘ ਦਾ ਪੜਦਾਦਾ ਭਾਈ ਮਹਿਤਾਬ ਸਿੰਘ ਮੀਰਾਕੋਟ, ਜਿਹਨੇ ਮੱਸਾ ਰੰਗੜ ਦਾ ਸਿਰ ਵੱਢਿਆ ਸੀ। ਲੈਣ ਗੁਰੂ ਸਾਹਿਬ ਜੀ ਆਪਣੀ ਸੇਵਾ ਵਾਸਤੇ ਆਪੇ ਲੈ ਕੇ ਆਏ। ਜਿਸ ਵੇਲੇ ਮੱਸਾ ਰੰਗੜ ਨੇ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਸ਼ਰਾਬਾਂ ਪੀਤੀਆਂ, ਕੰਜਰੀਆਂ ਦੇ ਨਾਚ ਨੱਚੇ, ਉਸ ਵੇਲੇ ਸਿੱਖਾਂ ਨੂੰ ਪਤਾ ਲੱਗਾ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਆਏ ਸਨ। ਭਾਈ ਮਹਿਤਾਬ ਸਿੰਘ ਦੇ ਪਰਿਵਾਰ ਦੇ ਵਿੱਚੋਂ ਹੈ ਜਰਨਲ ਸੁਵੇਗ ਸਿੰਘ। ਹੁਣ ਜਰਨਲ ਸੁਵੇਗ ਸਿੰਘ ਨੂੰ ਸੀ, ਕਿਉਂਕਿ ਲੋਕ ਉਸ ਵੇਲੇ ਕੀ ਕਰਦੇ ਸਨ, ਜਿਸ ਵੇਲੇ ਕੋਈ ਰਿਟਾਇਰ ਹੋ ਜਾਂਦਾ ਸੀ, ਕੋਈ ਵੀ ਨੌਕਰੀ ਹੁੰਦੀ ਸੀ, ਤੇ ਕਾਂਗਰਸ ਪਾਰਟੀ ਜੁਆਇਨ ਕਰ ਲੈਂਦਾ ਸੀ। ਉਸ ਵੇਲੇ ਹੀ ਵੱਡੀ ਪਾਰਟੀ ਸੀ। ਜਰਨਲ ਸੁਵੇਗ ਸਿੰਘ ਦੇ ਮਨ ਦੇ ਵਿੱਚ ਸੀ, ਗੁੱਸਾ ਵੀ ਸੀ ਵੀ ਮੈਂ ਹੋਰ ਪਾਸੇ ਜਾਣਾ, ਤੇ ਅਕਾਲੀਆਂ ਦੇ ਨਾਲ ਰਲਿਆ। ਪਿੰਡ ਹੈ ਉੱਥੇ ਨਾਲ ਹੀ ਹੈ ਜਰਨਲ ਸੁਵੇਗ ਸਿੰਘ ਦਾ। ਇਹ ਵੀ ਹੁਣ ਨਾਇਕ ਹੈ ਤੇ ਇੱਕ ਖਲਨਾਇਕ, 2 ਨਾਇਕ ਹੋ ਗਏ, SK ਸਿਨਹਾ ਤੇ ਜਰਨਲ ਸੁਵੇਗ ਸਿੰਘ। ਤੇ ਖਲਨਾਇਕ ਜਿਹੜਾ ਹੈ ਉਹ KS ਬਰਾੜ। ਅੱਜ ਵੀ ਪਿੰਡ ਹੈ ਖਿਆਲਾ ਆਨੰਦ ਸਿੰਘ ਵਾਲਾ, ਅੰਮ੍ਰਿਤਸਰ ਸਾਹਿਬ ਤੋਂ 8 ਕਿਲੋਮੀਟਰ ਹੈ ਜਰਨਲ ਸੁਵੇਗ ਸਿੰਘ ਦਾ। ਤੇ ਜਰਨਲ ਸੁਵੇਗ ਸਿੰਘ ਨੇ ਫਿਰ ਮਨ ਦੇ ਵਿੱਚ ਸੋਚਿਆ, ਕਿਉਂਕਿ ਸਰਕਾਰਾਂ ਜਿਹੜੀਆਂ ਹੁੰਦੀਆਂ ਵੈਸੇ ਵੀ ਮੱਖੀਆਂ ਨੂੰ ਸੁਗੰਧੀ ਚੰਗੀ ਨਹੀਂ ਲੱਗਦੀ, ਚੋਰਾਂ ਨੂੰ ਰੋਸ਼ਨੀ ਚੰਗੀ ਨਹੀਂ ਲੱਗਦੀ, ਜਿਹੜੇ ਮਨ ਦੇ ਝੂਠੇ ਬੰਦੇ ਹੁੰਦੇ ਆ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ। ਦਰਸ਼ਨ ਕੀਤੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ, ਉਹਨਾਂ ਦੇ ਨਾਲ ਹੋ ਗਏ, ਉਹਨਾਂ ਦੇ ਕੋਲ ਅੰਮ੍ਰਿਤ ਪਾਨ ਕੀਤਾ, ਸੰਗਤ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਇੰਨੀ ਵਿਉਂਤ ਬੰਦੀ ਜਿਹੜੀ ਹੈ ਜੰਗ ਦੀ ਜਿਹੜੀ ਹੈ, ਤੋਂ ਬਾਰ-ਬਾਰ ਲਿਖਦਾ KS ਬਰਾੜ ਕਿ ਸਾਨੂੰ ਇੱਕੋ ਡਰ ਸੀ ਵੀ ਕੁਛ ਤਾਂ ਕੁਛ ਕਰੇਗਾ ਜ਼ਰੂਰ KS ਬਰਾੜ। ਕਿਉਂਕਿ ਪਹਿਲੇ ਦਿਨ ਜਿਸ ਵੇਲੇ ਮਿਲਟਰੀ ਨੇ ਗੋਲੀ ਚਲਾਈ ਤੇ ਇੱਧਰੋਂ ਸਿਰਫ ਦੁਨਾਲੀ ਬੰਦੂਕ ਜਿਹੜੀ ਹੁੰਦੀ ਹੈ, ਸਿੰਪਲ ਜਿਹੜੀ ਹੁੰਦੀ ਹੈ, ਉਹਦੇ ਨਾਲ ਜਵਾਬ ਦਿੱਤਾ। ਤੇ ਮਿਲਟਰੀ ਵਾਲੇ ਬੜੇ ਖੁਸ਼ ਹੋ ਗਏ ਵੀ ਅੰਦਰ ਤਾਂ ਕੁਛ ਹਥਿਆਰ ਨਹੀਂ ਹੈਗੇ ਇਹਨਾਂ ਦੇ ਕੋਲ। ਪਰ ਸਿੱਖਾਂ ਕੋਲ ਇੱਦਾਂ ਦੇ ਹਥਿਆਰ ਸਨ ਜਿਹੜੇ 16-16 ਮੀਲ ਤੱਕ ਵੀ ਜਿਹੜੇ ਅਸਰ ਕਰਦੇ ਸਨ, ਮਾਰ ਕਰਦੇ ਸਨ। ਜਿਸ ਵੇਲੇ ਉਹ ਜਹਾਜ਼ ਦੇ ਨਾਲ ਕਮਾਂਡੋ ਉਤਾਰੇ ਗਏ 90, ਉਹਦੇ ਵਿੱਚੋਂ 3 ਬਚੇ ਸਨ। ਉੱਤੇ ਉਤਰਦੇ ਹੀ ਜਰਨਲ ਸੁਵੇਗ ਸਿੰਘ ਦੀ ਇੰਨੀ ਵਿਉਂਤਬੰਦੀ ਸੀ। ਕਾਰਨ ਕੀ ਹੈ ਕਿ ਸਮਾਂ ਜਿਹੜਾ ਹੈ, ਉਸ ਸਮੇਂ ਦੇ ਵਿੱਚ ਅਸੀਂ ਕਿਸੇ ਦੇ ਉੱਪਰ ਜਾ ਕੇ ਹਮਲਾ ਨਹੀਂ ਕੀਤਾ। ਹੁਣ ਜੇ ਸਾਡੇ ਘਰ ਆ ਕੇ ਕੋਈ ਹਮਲਾ ਕਰਦਾ, ਮੈਂ ਜਿੱਦਾਂ ਬੇਨਤੀ ਕੀਤੀ, ਵਿਉਂਤਬੰਦੀ ਸਰਕਾਰ ਦੀ
ਜਿਹੜੀ ਅੰਦਰਲੀ ਨੀਅਤ ਸੀ ਉਹ ਅੱਜ ਤੋਂ ਨਹੀਂ ਸੀ। ਉਸ ਵੇਲੇ ਤਾਂ ਸੰਤ ਜੀ ਉੱਥੇ ਰਹਿੰਦੇ ਹੀ ਨਹੀਂ ਸਨ। 1981 ਤੋਂ ਵਿਉਂਤਬੰਦੀਆਂ ਔਰ ਉਹਨਾਂ ਨੂੰ ਪਤਾ ਲੱਗਾ ਤੇ ਉਹ ਤਿਆਰੀ ਸ਼ੁਰੂ ਕਰ ਦਿੱਤੀ ਵੀ ਜੇ ਫੌਜ ਚੜ੍ਹਦੀ ਹੈ ਤੇ ਅਸੀਂ ਉਹਦਾ ਜਵਾਬ ਜ਼ਰੂਰ ਦਿਆਂਗੇ। ਚਮਕੌਰ ਦੀ ਗੜੀ ਯਾਦ ਕਰਾ ਦਿੱਤੀ। 40 ਸਿੰਘ ਸਨ, ਉੱਥੇ 10 ਲੱਖ ਦੀ ਫੌਜ। ਇੱਥੇ ਉਹ ਫੌਜਾਂ ਲੱਗੀਆਂ ਜਿਹੜੀਆਂ ਬਾਹਰਲੇ ਦੇਸ਼ਾਂ ਨੂੰ ਜਿੱਤਣ ਵਾਸਤੇ ਲੱਗਦੀਆਂ ਹਨ। ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਲਾਈਆਂ ਕੀ ਤੇ ਉਹ ਸਮਾਂ ਟੈਂਕ ਲੈ ਕੇ ਗਏ। ਤੇ ਅੱਜ ਕਿਉਂਕਿ ਨਿਸ਼ਾਨੀਆਂ ਅਸੀਂ ਆਪਣੇ ਆਪ ਖਤਮ ਕਰ ਦਿੱਤੀਆਂ, ਇਤਿਹਾਸ ਅਸੀਂ ਆਪਣੇ ਆਪ ਖਤਮ ਕਰ ਦਿੱਤਾ। ਮੈਂ ਅੱਜ ਫੋਟੋ ਦੇਖ ਰਿਹਾ ਸੀ, ਪਰਿਕਰਮਾ ਦੇ ਵਿੱਚ ਆਪਾਂ ਜਾਣੇ ਤੇ ਉੱਥੇ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ। ਪਹਿਲਾਂ ਉੱਥੇ ਫਰਸ਼ ਜਿਹੜਾ ਸੀ, ਉਹਦੇ ਫਰਸ਼ ਦੇ ਵਿੱਚ ਇੱਕ ਗੋਲ ਇੱਕ ਫਰਸ਼ ਲਾਇਆ ਸੀ ਗੋਲ, ਉਹਦੇ ਉੱਪਰ ਮਾਲਾ ਪਾਈ ਹੁੰਦੀ ਸੀ, ਪਹਿਲਾਂ ਹਾਰ ਪਾਇਆ ਹੁੰਦਾ ਸੀ। ਹੁਣ ਨਹੀਂ, ਉਹਨੂੰ ਮਿਟਾਈ ਦਿੱਤਾ ਗਿਆ ਕਿਉਂਕਿ ਉੱਥੇ ਜਿਸ ਵੇਲੇ ਪਹਿਲਾ ਟੈਂਕ ਗਿਆ ਸੀ ਉਹਦੇ ਵਿੱਚ ਇਹ ਧਸ ਗਿਆ ਸੀ, ਅੱਗੇ ਟੈਂਕ ਨਹੀਂ ਗਿਆ ਸੀ। ਬਾਕੀ ਉਹ ਟੈਂਕ ਬਹੁਤ ਵੱਡੇ ਸੀ, ਉਹਨਾਂ ਦੀ ਮਾਰਾਂ ਬਹੁਤ ਹੁੰਦੀਆਂ ਹਨ, ਦੂਰੋਂ ਹੀ ਗੋਲੇ ਬਰਸਾਏ ਗਏ। ਤੇ ਪਰ ਮਰਜ਼ਾਦਾ ਜਿਹੜੀ ਸੀ ਉਸ ਵੇਲੇ 4 ਤਰੀਕ ਨੂੰ ਵੀ ਚੱਲੀ। ਉਸ ਵੇਲੇ ਰਾਗੀ ਸਿੰਘ ਦਾ ਨਾਮ ਲਿਖਿਆ ਭਾਈ ਅਮਰੀਕ ਸਿੰਘ, ਜਿਨ੍ਹਾਂ ਨੇ 4 ਤਰੀਕ ਨੂੰ ਵੀ ਆਸਾ ਕੀ ਵਾਰ ਦਾ ਕੀਰਤਨ ਕੀਤਾ। ਔਰ ਗੁਰੂ ਸਾਹਿਬ ਦਾ ਸਰੂਪ 4 ਤਰੀਕ ਨੂੰ ਅਕਾਲ ਤਖਤ ਸਾਹਿਬ ਨਹੀਂ ਗਿਆ, ਫਿਰ ਉੱਪਰਲੀ ਮੰਜ਼ਲ ਦੇ ਉੱਪਰ ਸੁਖਾਸਨ ਕੀਤਾ ਗਿਆ। 5 ਨੂੰ ਫਿਰ ਪ੍ਰਕਾਸ਼ ਹੋਇਆ, ਫਿਰ ਭਾਈ ਅਮਰੀਕ ਸਿੰਘ ਜੀ ਨੇ ਆਸਾ ਕੀ ਵਾਰ ਫਿਰ ਬਦਲ ਬਦਲ ਕੇ ਆਪਸ ਵਿੱਚ ਬੈਠਦੇ ਰਹੇ ਕੀਰਤਨ, ਜਿੰਨਾ ਗੁਰੂ ਸਾਹਿਬ ਕਰਾਉਂਦੇ ਰਹੇ, ਸੇਵਾ ਕਰਦੇ ਰਹੇ। ਤੇ ਉਹ ਐਸੀਆਂ ਸ਼ਖਸੀਅਤਾਂ ਕੌਮ ਦੇ ਵਿੱਚ ਇਤਿਹਾਸ ਦੇ ਵਿੱਚ ਦੋਨਾਂ ਦਾ ਜ਼ਿਕਰ ਹੈ। ਇੱਕ ਸਾਖੀ ਹੈ ਗੁਰੂ ਕਲਗੀਧਰ ਪਾਤਸ਼ਾਹ ਦੀ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਵੇਲੇ ਚਮਕੌਰ ਗੜੀ ਤੋਂ ਮਾਛੀਵਾੜੇ ਤੋਂ ਮਾਲਵੇ ਦੀ ਧਰਤੀ ਤੇ ਗਏ ਤੇ ਗੁਰੂ ਸਾਹਿਬ ਜੀ ਨੇ ਪਿੰਡਾਂ ਦਾ ਭਰਮਣ ਕੀਤਾ। ਹੁਣ ਗੁਰੂ ਸਾਹਿਬ ਜੀ ਦੇ ਨਾਲ ਹੁਣ ਫੌਜ ਵੀ ਰੱਖਣੀ ਸੀ। ਗੁਰੂ ਸਾਹਿਬ ਮਹਾਰਾਜ ਅੱਗੇ ਜੁੱਧ ਮੁਕਤਸਰ ਦਾ ਜੰਗ ਵੀ ਹੋਇਆ, ਹੁਣ ਤਿਆਰੀ ਸ਼ੁਰੂ ਕੀਤੀ। ਤੇ ਗੁਰੂ ਸਾਹਿਬ ਮਹਾਰਾਜ ਨੇ ਮਾਛੀਵਾੜੇ ਤੋਂ ਅਗਲੇ ਪਿੰਡ ਦੇ ਵਿੱਚੋਂ ਗੁਰੂ ਸਾਹਿਬ ਮਹਾਰਾਜ ਇੱਕ ਲੋਹਾਰ ਸੀ, ਉਹਦੇ ਕੋਲੋਂ ਸ਼ਸਤਰ ਵੀ ਲਏ। ਗੁਰੂ ਸਾਹਿਬ ਮਹਾਰਾਜ ਨੇ ਤਿਆਰੀ ਕੀਤੀ ਤੇ ਗੁਰੂ ਸਾਹਿਬ ਮਹਾਰਾਜ ਜੀ ਨੇ ਬੰਦੇ ਵੀ ਭਰਤੀ ਕੀਤੇ। ਉਹਨਾਂ ਦੇ ਵਿੱਚ ਇੱਕ ਬਰਾੜ ਕਬੀਲਾ ਸੀ, ਜੱਟਾਂ ਦਾ ਨਾਮ ਬਰਾੜ, ਉਹਨਾਂ ਦਾ ਇਹ ਸਰਨੇਮ ਹੈ, ਗੋਤ ਹੈ। ਉਹ ਲੋਕ ਉਹਨਾਂ ਵਾਲੇ ਗੁਰੂ ਸਾਹਿਬ ਜੀ ਦੀ ਫੌਜ ਵਿੱਚ ਭਰਤੀ ਹੋ ਗਏ। ਮਹੀਨਾ ਕੁ ਹੋ ਗਿਆ ਤੇ ਗੁਰੂ ਸਾਹਿਬ ਨੂੰ ਕਹਿਣ ਲੱਗੇ ਸਾਨੂੰ ਤਨਖਾਹ ਦਿਓ। ਗੁਰੂ ਸਾਹਿਬ ਕਹਿਣ ਲੱਗੇ ਵੀ ਹਲੇ ਤਾਂ ਧਨ ਦੌਲਤ ਕੁਛ ਨਹੀਂ ਹੈ ਆਪਣੇ ਕੋਲ, ਜਦੋਂ ਆਏਗਾ ਤੁਹਾਨੂੰ ਜ਼ਰੂਰ ਦੇਵਾਂਗੇ, ਵੱਧ ਤੋਂ ਵੱਧ ਦੇਵਾਂਗੇ, ਤੁਹਾਡਾ ਸਤਿਕਾਰ ਕਰਾਂਗੇ। ਕਹਿਣ ਲੱਗੇ ਸਾਡੇ ਕੋਲ ਤਾਂ ਅੱਗੇ ਨਹੀਂ ਜਾਉਣਾ, ਪਹਿਲਾਂ ਤੁਸੀਂ 1 ਮਹੀਨੇ ਦੀ ਤਨਖਾਹ ਦੇ ਦਿਓ। ਕਹਿੰਦੇ ਠੀਕ ਹੈ। ਥੋੜੀ ਦੇਰ ਬਾਅਦ ਇੱਕ ਗੁਰੂ ਕਾ ਸਿੱਖ ਧਨੀ ਪੁਰਸ਼ ਸੀ ਤੇ ਦਸਵੰਧ ਲੈ ਕੇ ਆਇਆ ਸੀ ਤੇ ਗੁਰੂ ਸਾਹਿਬ ਦੇ ਆਪਣੇ ਸਾਰੇ ਕਾਰਜ ਹੁੰਦੇ ਆ ਤੇ ਗੁਰੂ ਸਾਹਿਬ ਮਹਾਰਾਜ ਜੀ ਨੇ ਬੁਲਾਇਆ ਵੀ ਭਾਈ ਆ ਜਾਓ, ਆਓ ਤੁਹਾਨੂੰ ਤਨਖਾਹਾਂ ਦੇ ਦਈਏ। ਤੇ ਆਏ ਤੇ ਗੁਰੂ ਸਾਹਿਬ ਇੱਕ ਇੱਕ ਸਵਾਲ ਸਾਰਿਆਂ ਨੂੰ ਪੁੱਛਿਆ ਸੀ ਤੇ ਕਹਿਣ ਲੱਗੇ ਤੁਹਾਨੂੰ ਸਿੱਖੀ ਚਾਹੀਦੀ ਹੈ ਜਾਂ ਤਨਖਾਹ ਚਾਹੀਦੀ ਹੈ? ਤੇ ਜਵਾਬ ਕੀ ਦਿੰਦੇ ਸੀ ਉਹ ਜਿਹੜੇ ਤਨਖਾਹ ਵਾਲੇ? ਕਹਿਣ ਲੱਗੇ ਸਿੱਖ ਤਾਂ ਅਸੀਂ ਹੈਗੇ ਹੀ ਆ। ਹੁਣ ਅਸੀਂ ਤਾਂ ਪਹਿਰਾਵੇ ਨੂੰ ਸਿੱਖ ਕਹਿੰਦੇ ਆ ਨਾ, ਪਹਿਰਾਵੇ ਨੂੰ ਸਿੱਖ ਕਿਹਾ ਜਾਂਦਾ ਹੈ। ਸਿੱਖੀ ਜਿੰਨੇ ਤੱਕ ਸਾਡੀ ਸੋਚ ਵਿੱਚ ਨਹੀਂ ਹੈ, ਸਾਡੀ ਵਿਚਾਰਾਂ ਦੇ ਵਿੱਚ ਨਹੀਂ ਹੈ, ਪਹਿਰਾਵਾ ਵੀ ਕਿਸੇ ਕੰਮ ਦਾ ਨਹੀਂ ਹੈ। ਦੋਨੇ ਚੀਜ਼ਾਂ ਗੁਰੂ ਸਾਹਿਬ ਮਹਾਰਾਜ ਨੇ ਦਿੱਤੀਆਂ, ਸਾਡੇ ਉੱਪਰ ਬਹੁਤ ਵੱਡੀ ਕਿਰਪਾ ਕੀਤੀ। ਕੀ ਚਾਹੀਦਾ ਹੈ? ਕਿੰਨੇ ਲੋਕ ਛੱਡ ਕੇ 1984 ਵਿੱਚ ਕਹਿੰਦੇ ਅਸੀਂ ਸਿੱਖੇ ਨਹੀਂ ਆ, ਕੇਸ ਕਟਵਾ ਗਏ। ਕੋਈ ਤੁਹਾਨੂੰ ਥੋੜੇ ਮਾਰਨ ਆਇਆ ਸੀ ਕੋਈ? ਤੇ ਉਹਨਾਂ ਨੂੰ ਦੁਨੀਆ ਯਾਦ ਕਰ ਰਹੀ ਅੱਜ ਵੀ, ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਹਨ। ਕਿਸ ਚੀਜ਼ ਚਾਹੀਦਾ? ਸਿੱਖੀ ਚਾਹੀਦੀ ਹੈ ਜਾਂ ਤਨਖਾਹ ਚਾਹੀਦੀ? ਗੁਰੂ ਸਾਹਿਬ ਜੀ ਸਿੱਖਾਂ ਅਸੀਂ, ਤਨਖਾਹ ਦੇ ਦਿਓ। ਦਿੰਦੇ ਰਹੇ ਗੁਰੂ ਸਾਹਿਬ ਜੀ, ਵੰਡਦੇ ਰਹੇ। ਇੱਕ ਆਇਆ ਭਾਈ ਦਾਨਾ, ਉਹਦਾ ਨਾਮ ਹੀ ਸੀ ਭਾਈ ਦਾਨਾ। ਕਹਿਣ ਲੱਗਿਆ ਦਾਨਿਆ ਕੀ ਚਾਹੀਦਾ? ਸਿੱਖੀ ਚਾਹੀਦੀ ਹੈ ਜਾਂ ਤਨਖਾਹ ਚਾਹੀਦੀ ਹੈ? ਕਹਿਣ ਲੱਗਾ ਗੁਰੂ ਸਾਹਿਬ ਮਹਾਰਾਜ ਪੈਸਾ ਨਹੀਂ ਚਾਹੀਦਾ। ਕੀ ਚਾਹੀਦਾ ਦਾਨਿਆ? ਗੁਰੂ ਸਾਹਿਬ ਜੀ ਜੇ ਕਿਰਪਾ ਕਰਨੀ ਹੈ ਤਾਂ ਮੈਨੂੰ ਅੰਮ੍ਰਿਤ ਦੀ ਦਾਤ ਦੇ ਦਿਓ। ਉੱਥੇ ਗੁਰੂ ਸੱਤਿਆਣਾ ਪਿੰਡ ਹੈ, ਉੱਥੇ ਮੋਗੇ ਜ਼ਿਲ੍ਹੇ ਦੇ ਵਿੱਚ, ਉੱਥੇ ਗੁਰੂ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ। ਭਾਈ ਦਾਨੇ ਨੂੰ ਭਾਈ ਦਾਨ ਸਿੰਘ ਬਣਾਇਆ। ਇਹ ਹੁਣ 2 ਪਰਿਵਾਰ ਹੋ ਗਏ ਨਾ। ਇੱਕ ਪਰਿਵਾਰ ਵਸਿਆ ਜਿੱਥੇ ਇਹਦਾ ਜਨਮ ਹੋਇਆ, ਕੀ ਇਹਦਾ ਨਾਮ ਸੀ? KS ਬਰਾੜ।
ਉਹਦਾ ਪੱਤੋ ਹੀਰਾ ਪਿੰਡ ਹੈ ਤੇ ਉਹ ਉੱਥੇ ਪਰਿਵਾਰ ਵਸ ਗਿਆ। ਉਸ ਪਰਿਵਾਰ ਦੇ ਵਿੱਚੋਂ ਇੱਕ KS ਬਰਾੜ ਪੈਦਾ ਹੋਇਆ, ਉਹ ਵੀ ਬਰਾੜ ਸੀ ਤੇ ਉਹਦਾ ਪਿੰਡ ਵੀ ਜ਼ਿਲ੍ਹਾ ਮੋਗੇ ਦੇ ਵਿੱਚ ਹੈ। ਤੇ ਇੱਕ ਪਿੰਡ ਜ਼ਿਲ੍ਹਾ ਮੋਗੇ ਵਿੱਚ ਰੋਡੇ ਪਿੰਡ ਹੈ, ਉੱਥੇ ਇੱਕ ਗੁਰੂ ਕਾ ਸਿੱਖ ਸੀ ਭਾਈ ਜੋਗਿੰਦਰ ਸਿੰਘ, ਉਹਦੇ 7 ਪੁੱਤਰ ਸਨ ਤੇ ਸਭ ਤੋਂ ਛੋਟਾ ਪੁੱਤਰ ਸੀ ਜਰਨੈਲ ਸਿੰਘ ਬਰਾੜ। ਅੱਜ ਵੀ ਜੇ ਸਕੂਲ ਦੇ ਕਾਗਜ਼ ਦੇਖੋਗੇ ਤੇ ਉਹਦੇ ਵਿੱਚ ਜਰਨੈਲ ਸਿੰਘ ਬਰਾੜ ਲਿਖਿਆ ਹੈ। ਜੇ ਬਾਅਦ ਵਿੱਚ ਜਾ ਕੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬਣੇ ਤੇ ਉਸ ਵੇਲੇ ਜੇ ਸਤਿਗੁਰੂ ਜੀ ਉਹ ਸੱਤਿਆਣੇ ਪਿੰਡ ਤੋਂ ਚੱਲੇ ਤੇ ਉਹ ਜਿਹੜੇ ਭਾਈ ਦਾਨ ਸਿੰਘ ਦਾ ਪਰਿਵਾਰ ਸੀ, ਉਹਦੇ ਜਿਹੜੇ ਲੋਕ ਸਨ ਖਾਨਦਾਨ ਦੇ, ਸਾਰੇ ਗੁਰੂ ਸਾਹਿਬ ਦਾ ਸਾਥ ਦਿੱਤਾ ਉਹਨਾਂ ਨੇ। ਤੇ ਗੁਰੂ ਸਾਹਿਬ ਨੇ ਜਿਹੜਾ ਬਾਕੀ ਧਨ ਬਚਿਆ ਸੀ ਨਾ, ਉਹਨੂੰ ਧਰਤੀ ਵਿੱਚ ਦੱਬ ਦਿੱਤਾ। ਤੁਸੀਂ ਅੱਜ ਵੀ ਜਾਓਗੇ ਤੇ ਦਰਸ਼ਨ ਕਰੋ, ਉੱਥੇ ਗੁਰਦੁਆਰਾ ਗੁਪਤਸਰ ਸਾਹਿਬ ਸ਼੍ਰੋਮਣੀ ਕਮੇਟੀ ਦੇ ਅੰਡਰ ਦੇ ਵਿੱਚ ਹੈ। ਉਹ ਜਿਹੜੇ ਤਨਖਾਹ ਲੈ ਕੇ ਗਏ ਸੀ ਨਾ, ਉਹਨਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਸਾਹਿਬ ਜੀ ਬਾਕੀ ਪੈਸੇ ਦੱਬ ਗਏ ਇੱਥੇ ਧਰਤੀ ਵਿੱਚ, ਤੇ ਉਹਨਾਂ ਨੇ ਉਹ ਫਿਰ ਮਿੱਟੀ ਛਾਣਨੀ ਸ਼ੁਰੂ ਕਰ ਦਿੱਤੀ, ਮਿੱਟੀ ਪੱਟੀ। ਹੁਣ ਮਿਲਿਆ ਕੁਛ ਨਹੀਂ, ਅੱਜ ਤੱਕ ਨਹੀਂ ਮਿਲਿਆ ਕਿਸੇ ਨੂੰ। ਗੁਪਤਸਰ ਗੁਰਦੁਆਰੇ ਉੱਤੇ ਗੁਪਤਸਰ ਸਾਹਿਬ ਹੈ। ਹੁਣ 2 ਬੰਦੇ ਆ, ਇੱਕ ਤਾਂ ਮਿੱਟੀ ਛਾਣਨ ਵਾਲੇ ਹੋ ਗਏ, ਇੱਕ ਸਿੱਖੀ ਮੰਗਣ ਵਾਲੇ ਹੋ ਗਏ। ਤੇ KS ਬਰਾੜ ਜਿਹੜਾ ਹਮਲਾ ਕਰਨ ਆਇਆ ਤੇ ਉਹਨਾਂ ਵਿੱਚੋਂ ਆ ਜਿਹੜੇ ਮਿੱਟੀ ਛਾਣਨ ਵਾਲੇ ਸਨ। ਤੇ ਇਹ ਬਰਾੜ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਇਹ ਵੀ ਬਰਾੜ। ਮੈਂ ਕੱਲ ਵੀ ਬੇਨਤੀ ਕੀਤੀ, ਸਿਰਫ 5 ਜਮਾਤਾਂ ਪੜ੍ਹੇ ਸੀ, ਪਰ ਜਿਹੜੀ ਉਹਨਾਂ ਦੀ ਦੂਰ ਅੰਦੇਸੀ ਸੀ, ਕੌਮ ਨੂੰ ਜਗਾ ਦਿੱਤਾ। ਕੌਮ ਦੇ ਵਿੱਚ ਇੱਕ ਰੂਹ ਫੂਕੀ ਹੈ, ਸਦੀਆਂ ਤੱਕ ਦੁਨੀਆ, ਜਿੰਨੇ ਤੱਕ ਦੁਨੀਆ ਰਹੇਗੀ ਯਾਦ ਰੱਖੇ। ਤੇ ਕਿਉਂਕਿ ਜੀਣਾ ਕਿੱਦਾਂ ਹੈ, ਅਣਖ ਦੇ ਨਾਲ, ਗੈਰਤ ਦੇ ਨਾਲ, ਜ਼ਮੀਰ ਮਾਰ ਕੇ ਨਹੀਂ ਜੀਣਾ। ਤੇ ਉਹ ਐਸੀ ਭਾਵਨਾ ਦੇ ਨਾਲ ਆਪਣਾ ਜੀਵਨ ਬਤੀਤ ਕਰਨਾ। ਜਿਹੜਾ ਆਉਂਦਾ ਸੀ ਇੱਕ ਵਾਰੀ ਉਹਨਾਂ ਦਾ ਬਣ ਜਾਂਦਾ ਸੀ, ਜਿਹੜਾ ਵੀ ਇੱਕ ਵਾਰੀ ਦਰਸ਼ਨ ਕਰਦਾ ਸੀ। ਸਰਕਾਰ ਨੇ ਸੋਚਿਆ ਸੀ ਉਹਦੇ ਵਿੱਚ ਹੀ ਜਿਹੜਾ 4-5 ਤਰੀਕ ਨੂੰ ਤਕਰੀਬਨ 14 ਅਫਸਰ ਮਿਲਟਰੀ ਦੇ ਸਿੱਖ ਸਮਝੌਤਾ ਕਰਨ ਵਾਸਤੇ ਭੇਜੇ, ਪੈਕੇਜ ਵੀ ਭੇਜਿਆ ਵੀ ਆਹ ਪੈਕੇਜ ਦਿੱਤਾ ਜਾਏਗਾ, ਤੁਸੀਂ ਇਹ ਛੱਡ ਦਿਓ, ਇੱਥੇ ਅਕਾਲ ਤਖਤ ਸਾਹਿਬ ਛੱਡ ਕੇ ਚਲੇ ਜਾਓ, ਸਾਰਾ ਕੁਝ ਸਰਕਾਰ ਵੱਲੋਂ ਜੋ। ਤੇ ਸਰਕਾਰ ਉਡੀਕਦੇ ਰਹੀ, ਉਹ 14 ਦੇ 14 ਵਾਪਸ ਨਹੀਂ ਆਏ, ਉਹ ਵੀ ਉਹਨਾਂ ਦੇ ਹੋ ਗਏ ਸਨ। ਉਹ ਵੀ ਅੰਦਰ ਜਾ ਕੇ ਉਹਨਾਂ ਦਾ ਸਾਥ ਦਿੱਤਾ, ਕਿਉਂਕਿ ਸਿੱਖੀ ਪਹਿਲਾਂ ਹੈ। ਉਹ ਵੀ ਸਨ ਜਿਹੜੇ ਹਮਲਾ ਵੀ ਕਰਨ ਆਏ, ਤੇ ਉਹ ਵੀ ਸਨ। ਤੇ ਇਹ 3 ਜਰਨੈਲਾਂ ਦੀ ਆਪਾਂ ਗੱਲ ਕੀਤੀ ਹੈ, 2 ਨਾਇਕ ਹੋ ਗਏ ਤੇ ਇੱਕ ਖਲਨਾਇਕ ਹੋ ਗਿਆ। ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਦੀ ਖਿਮਾ ਬਖਸ਼ਣੀ, ਬੁਲਾਓ ਫਤਿਹ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।